Good morning, friends. Welcome to YouTube channel. Let us chapter third, utility analysis. Utility analysis ਦੇ ਵਿੱਚ ਫਸਟ ਇਜ਼ ਦੀ ਇੰਟਰੋਡਕਸ਼ਨ ਹੈ। ਇੰਟਰੋਡਕਸ਼ਨ ਦੇ ਵਿੱਚ ਦੇਖੋ ਆਪਾਂ ਪਹਿਲਾਂ ਪਿੱਛੇ ਡਿਮਾਂਡ ਵਾਲਾ ਚੈਪਟਰ ਪੜ੍ਹਿਆ ਹੈ ਜਾਂ ਫਿਰ ਇਲਾਸਟਿਸਿਟੀ ਆਫ ਡਿਮਾਂਡ ਪੜ੍ਹਿਆ ਹੈ। ਠੀਕ ਹੈ, ਉਸ ਦੇ ਨਾਲ ਹੀ ਇੱਕ ਕੁਐਸਚਨ ਅਰਾਈਜ਼ ਹੋ ਰਿਹਾ ਹੈ। ਟੂ ਕੁਐਸਚਨ ਅਰਾਈਜ਼ ਹੋ ਰਹੇ ਨੇ। ਫਸਟ ਵਨ ਇਜ਼ ਵਾਈ ਡਜ਼ ਏ ਕੰਜ਼ਿਊਮਰ ਡਿਮਾਂਡ ਏ ਗੁੱਡ ਔਰ ਸਰਵਿਸ। ਵੀ ਕੋਈ ਵੀ ਜੋ ਕੰਜ਼ਿਊਮਰ ਹੈ ਕਿਸੇ ਵੀ ਗੁੱਡ ਦੀ ਡਿਮਾਂਡ ਕਿਉਂ ਕਰ ਰਿਹਾ ਹੈ। ਸੋ ਦੀ ਆਂਸਰ ਇਜ਼ ਦੈਟ ਡਿਮਾਂਡ ਆਫ ਗੁੱਡ ਬਿਕੋਜ਼ ਇਟ ਗਿਵ ਹਿਮ ਯੂਟਿਲਿਟੀ, ਕਿਉਂਕਿ ਉਸਨੇ ਉਸ ਗੁੱਡ ਨੂੰ ਯੂਜ਼ ਕਰਨਾ ਹੈ ਜਿਹਦੇ ਕਰਕੇ ਉਸ ਗੁੱਡ ਦੀ ਡਿਮਾਂਡ ਕਰ ਰਿਹਾ ਹੈ। ਸੋ ਵਾਂਟ ਸੈਟਿਸਫਾਈਂਗ ਕਪੈਸਿਟੀ ਆਫ ਗੁੱਡ ਇਜ਼ ਕਾਲਡ ਯੂਟਿਲਿਟੀ। ਸੋ ਜਿਹੜੀ ਵਾਂਟ ਨੂੰ ਆਪਾਂ ਨੇ ਸੈਟਿਸਫਾਈ ਕਰਨਾ ਉਸਦੀ ਜੋ ਕਪੈਸਿਟੀ ਹੈ ਗੁੱਡ ਦੀ, ਠੀਕ ਹੈ, ਉਸਨੂੰ ਆਪਾਂ ਕੀ ਕਹਿੰਦੇ ਨੇ, ਉਸਦੀ ਯੂਟਿਲਿਟੀ ਬੋਲਦੇ ਆ। ਸੋ ਸੈਕਿੰਡ ਕੁਐਸਚਨ ਇਜ਼ ਹਾਊ ਏ ਕੰਜ਼ਿਊਮਰ ਸ਼ੁੱਡ ਸਪੈਂਡ ਇਜ਼ ਲਿਮਿਟਡ ਇਨਕਮ ਔਨ ਡਿਫਰੈਂਟ ਗੁੱਡਸ ਐਂਡ ਸਰਵਿਸਿਜ਼ ਸੋ ਦੈਟ ਹੀ ਬਾਈ ਗੈਟ ਮੈਕਸਿਮਮ ਸੈਟਿਸਫੈਕਸ਼ਨ। ਸੋ ਕਹਿੰਦੇ ਸੈਕਿੰਡ ਕੁਐਸਚਨ ਆਪਣੇ ਕੋਲ ਕੀ ਅਰਾਈਜ਼ ਹੋ ਰਿਹਾ ਹੈ ਵੀ ਉਹ ਕੰਜ਼ਿਊਮਰ ਹੈ ਆਪਣੀ ਲਿਮਿਟਡ ਇਨਕਮ ਨੂੰ ਉਹਨਾਂ ਡਿਫਰੈਂਟ ਗੁੱਡਸ ਦੇ ਉੱਪਰ ਕਿਸ ਟਾਈਪ ਦੇ ਨਾਲ ਸਪੈਂਡ ਕਰੂਗਾ ਤਾਂ ਕਿ ਉਸਨੂੰ ਮੈਕਸਿਮਮ ਸੈਟਿਸਫੈਕਸ਼ਨ ਮਿਲ ਸਕੇ। ਸੋ ਇਹਦੇ ਲਈ ਤੁਹਾਡੇ ਕੋਲ ਤਿੰਨ ਥਿਊਰੀਜ਼ ਨੇ: ਕਾਰਡੀਨਲ ਯੂਟਿਲਿਟੀ ਐਨਾਲਾਈਸਿਸ, ਆਰਡੀਨਲ ਯੂਟਿਲਿਟੀ ਐਨਾਲਾਈਸਿਸ ਔਰ ਇੰਡੀਫਰੈਂਸ ਕਰਵ, ਔਰ ਥਰਡ ਹੈ ਰਿਵੇਲਡ ਪ੍ਰੈਫਰੈਂਸ ਐਨਾਲਾਈਸਿਸ। ਠੀਕ ਹੈ, ਜੋ ਕਹਿੰਦੇ ਤੁਹਾਡੇ ਪ੍ਰੈਜ਼ੈਂਟ ਚੈਪਟਰ ਦੇ ਵਿੱਚ ਹੈ ਜਿਹਨੂੰ ਆਪਾਂ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਬੋਲ ਰਹੇ ਹਾਂ। ਠੀਕ ਹੈ, ਸੋ ਤੁਹਾਡੇ ਇਹ ਵਾਲੇ ਚੈਪਟਰ 'ਤੇ ਓਨਲੀ ਕਾਰਡੀਨਲ ਯੂਟਿਲਿਟੀ ਹੈ। ਠੀਕ ਹੈ, ਕਾਰਡੀਨਲ ਯੂਟਿਲਿਟੀ ਐਨਾਲਾਈਸਿਸ। ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਹੈ ਜੋ ਸਭ ਤੋਂ ਪਹਿਲਾਂ ਕਿਹੜੇ ਇਕਨੋਮਿਕਸ ਨੇ ਦਿੱਤੀ ਹੋਈ ਸੀ, ਉਹ ਸਟਾਰਟਿੰਗ ਤੋਂ ਤੁਹਾਨੂੰ ਦੱਸਿਆ ਹੋਇਆ ਹੈ। ਕਿਹਨਾਂ ਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕਰਿਆ, ਜਿਵੇਂ ਐਡਮ ਸਮਿਥ, ਰਿਕਾਰਡੋ ਵਗੈਰਾ ਨੇ। ਇਹ ਵਾਲੇ ਜੋ ਕਾਰਡੀਨਲ ਯੂਟਿਲਿਟੀ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ। ਠੀਕ ਹੈ, ਔਰ ਜੋ 20th ਸੈਂਚੁਰੀ ਦੇ ਵਿੱਚ ਮਾਰਸ਼ਲ ਪਿਗੂ ਵਗੈਰਾ, ਠੀਕ ਹੈ, ਇਹ ਸਾਰੇ ਇਕਨੋਮਿਕਸਟ ਆ ਗਏ। ਇਹਨਾਂ ਨੇ elaborated cardinal utility analysis, ਮਤਲਬ ਇਸ ਨੂੰ elaborate ਕੀਤਾ ਹੈ। ਅਕੋਰਡਿੰਗ ਟੂ ਦਿਸ ਐਨਾਲਾਈਸਿਸ ਯੂਟਿਲਿਟੀ ਕੈਨ ਬੀ ਮੇਜ਼ਰਡ ਇਨ ਕਾਰਡੀਨਲ ਨੰਬਰਸ 1 2 3 4। ਕਹਿੰਦੇ ਇਹਨਾਂ ਦੇ ਅਕੋਰਡਿੰਗ ਕੀ ਹੈ ਵੀ ਜਦੋਂ ਆਪਾਂ ਯੂਟਿਲਿਟੀ ਨੂੰ ਕਾਰਡੀਨਲ ਨੰਬਰਸ ਦੇ ਵਿੱਚ ਮਾਪਦੇ ਹਾਂ, ਲਾਈਕ 1 2 3 4। ਠੀਕ ਹੈ, ਕਾਰਡੀਨਲ ਨੰਬਰਸ ਆਰ ਦੋਜ਼ ਨੰਬਰਸ ਵਿਚ ਕੈਨ ਐਡਿਡ ਔਰ ਸਬਟਰੈਕਟਡ, ਮਤਲਬ ਕਿ ਇਹਨਾਂ ਨੂੰ ਆਪਾਂ ਜੋੜ ਵੀ ਸਕਦੇ ਹਾਂ, ਘਟਾ ਵੀ ਸਕਦੇ ਹਾਂ। ਠੀਕ ਹੈ, ਸੋ ਫਿਸ਼ਰ ਦੇ ਅਕੋਰਡਿੰਗ ਕਹਿੰਦੇ ਹੈਜ਼ ਯੂਜ਼ਡ ਟਰਮ ਯੂਟਿਲ ਐਜ਼ ਟਰਮ ਮੇਜ਼ਰ ਆਫ ਯੂਟਿਲਿਟੀ। ਸੋ ਜੋ ਯੂਟਿਲ ਟਰਮ ਹੈ ਉਹ ਆਪਾਂ ਕਾਹਦੇ ਲਈ ਲੈ ਰਹੇ ਹਾਂ, ਯੂਟਿਲਿਟੀ ਦੇ ਲਈ ਲੈ ਰਹੇ ਹਾਂ, ਇਹਨਾਂ ਨੂੰ ਮਾਪਣ ਦੇ ਲਈ ਲੈ ਰਹੇ ਹਾਂ। ਸੋ ਦਸ ਇਨ ਟਰਮ ਆਫ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਇਟ ਕੈਨ ਬੀ ਸੈਡ ਦੈਟ 1 ਗੈਟਸ ਫਰੋਮ ਕੱਪ ਆਫ ਟੀ 10 ਯੂਟਿਲ। ਜਿਸ ਟਾਈਪ ਨਾਲ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਇੱਕ ਕੱਪ ਆਫ ਟੀ ਤੋਂ ਕਿੰਨੀਆਂ 10 ਯੂਟਿਲਸ ਯੂਨਿਟ ਹੈ ਪ੍ਰਾਪਤ ਕਰ ਰਹੇ ਹਾਂ। ਠੀਕ ਹੈ, ਸਿਰਫ ਇੱਕ ਕੱਪ ਆਫ ਟੀ ਤੋਂ। ਅਗਰ ਕਹਿੰਦੇ ਆਪਾਂ ਇੱਕ ਹੋਰ ਕੱਪ ਆਫ ਟੀ ਲਵਾਂਗੇ ਤਾਂ ਕੀ ਹੋਊਗਾ, ਜੋ 5 ਯੂਨਿਟ ਹੈ। ਜੋ ਕਹਿੰਦੇ ਅਗਰ ਆਪਾਂ ਕੌਫੀ ਲਵਾਂਗੇ ਤਾਂ ਆਪਣੇ ਨੂੰ 10 ਨਹੀਂ, 10 ਦੀ ਜਗ੍ਹਾ 'ਤੇ ਕਿੰਨੀਆਂ 5 ਰਹੀਆਂ ਨੇ। ਠੀਕ ਹੈ ਜੀ, ਸੋ ਕਹਿੰਦੇ ਇਨ ਟਰਮ ਆਫ ਕਾਰਡੀਨਲ ਯੂਟਿਲਿਟੀ ਐਨਾਲਾਈਸਿਸ ਇਟ ਕੈਨ ਬੀ ਸੈਡ ਦੈਟ 1 ਗੈਟਸ ਫਰੋਮ ਏ ਕੱਪ ਆਫ ਟੀ 10 ਯੂਟਿਲਸ ਫਰੋਮ ਏ ਕੱਪ ਆਫ ਟੀ। ਠੀਕ ਹੈ, ਕਲੀਅਰ ਹੋ ਗਿਆ ਹੋਊਗਾ ਤੁਹਾਨੂੰ ਰਾਜੇ ਵੀ ਜਿਵੇਂ ਕੋਈ ਅਗਰ ਕਿਸੇ ਨੂੰ ਚਾਹ ਤੋਂ ਤਾਂ 10 ਯੂਟਿਲ ਮਿਲ ਰਹੀ ਹੈ ਯੂਟਿਲਿਟੀ, ਬਟ ਕੌਫੀ ਤੋਂ 5 ਯੂਟਿਲ ਮਿਲ ਰਹੀ ਹੈ। ਠੀਕ ਹੈ, ਅਲੱਗ-ਅਲੱਗ ਟਾਈਪ ਨਾਲ ਮੇਜ਼ਰ ਕਰਕੇ ਦੱਸਿਆ ਹੋਇਆ ਹੈ। ਅੱਗੇ ਮੀਨਿੰਗ ਆਫ ਯੂਟਿਲਿਟੀ। ਮੀਨਿੰਗ ਆਫ ਯੂਟਿਲਿਟੀ ਦੇ ਵਿੱਚ ਜਸਟ ਤੁਹਾਨੂੰ ਇਸ ਦਾ ਸਿੰਪਲ ਜਿਹਾ ਮੀਨਿੰਗ ਹੈ। ਕਹਿੰਦੇ ਇਕਨੋਮਿਕਸ ਦੇ ਅਕੋਰਡਿੰਗ ਕੀ ਹੈ ਜੋ ਯੂਟਿਲਿਟੀ ਟਰਮ ਹੈ, ਕਹਿੰਦੇ ਇਕਨੋਮਿਕਸ ਇਜ਼ ਯੂਜ਼ਡ ਇਹ ਡਿਨੋਟ ਦੈਟ ਕੁਆਲਿਟੀ ਇਨ ਕਮਿਊਨਿਟੀ ਔਰ ਸਰਵਿਸਿਜ਼ ਬਾਈ ਵਿਰਚੂ of which our want are satisfied. In other words, want satisfying power of good is called utility. ਮਤਲਬ ਜੋ ਵਾਂਟ ਸੈਟਿਸਫਾਈਂਗ ਪਾਵਰ ਹੈ ਉਸਨੂੰ ਆਪਾਂ ਯੂਟਿਲਿਟੀ ਬੋਲ ਰਹੇ ਹਾਂ। ਅੱਗੇ ਇਸ ਦੀ ਡੈਫੀਨੇਸ਼ਨ ਆ ਗਈ, ਕਹਿੰਦੇ ਯੂਟਿਲਿਟੀ ਰੈਫਰਸ ਟੂ ਸਬਟਰੈਕਟ ਕੁਆਲਿਟੀ ਵੇਅਰ ਬਾਏ ਐਨ ਆਬਜੈਕਟ ਸਰਵ ਆਵਰ ਪਰਪਸ। ਇਹਦੇ ਨਾਲੋਂ ਈਜ਼ੀ ਖੈਰ ਸੈਕਿੰਡ ਵਾਲੀ ਲਿਖੀ ਹੋਈ ਹੈ ਹਿਬਡਨ ਵਾਲੀ। ਕਹਿੰਦੇ ਯੂਟਿਲਿਟੀ ਇਜ਼ ਕੁਆਲਿਟੀ ਆਫ ਗੁੱਡ ਟੂ ਸੈਟਿਸਫਾਈਂਗ ਏ ਵਾਂਟ। ਕਹਿੰਦੇ ਯੂਟਿਲਿਟੀ ਦੇ ਇੱਕ ਉਹ ਕੁਆਲਿਟੀ ਹੈ ਜਿਹਦੇ ਵਿੱਚ ਗੁੱਡ ਨੂੰ ਸੈਟਿਸਫਾਈ ਕਰਨ ਦੀ ਪਾਵਰ ਹੈਗੀ ਹੈ। ਠੀਕ ਹੈ, ਉਸ ਦੇ ਬਾਅਦ ਇਸ ਦੀਆਂ ਫੀਚਰਸ ਨੇ। ਫਸਟ ਹੈ ਯੂਟਿਲਿਟੀ ਇਜ਼ ਸਬਜੈਕਟਿਵ, ਵੀ ਯੂਟਿਲਿਟੀ ਕੀ ਹੈ, ਸਬਜੈਕਟਿਵ ਹੈ।
ठीक है। सो ਇਹਦਾ ਮਤਲਬ ਕੀ ਹੈ ਵੀ ਡਿਫਰੈਂਟ ਗੁੱਡਸ ਤੋਂ ਡਿਫਰੈਂਟ ਪਰਸਨ ਨੂੰ ਅਲੱਗ-ਅਲੱਗ ਯੂਟਿਲਿਟੀ ਮਿਲਣਗੀਆਂ। ठीक है। कहते ए थिंग मे हैव डिफरेंट यूटिलिटी फॉर डिफरेंट परसनस। सो जिमें लिक्वर है जिन्होंने आप शराब कह दें, ठीक है, हैज़ यूटिलिटी फॉर ड्रंक कार्ड, सिर्फ शराबियों के लिए उन्होंने यूटिलिटी मिलूगी, ठीक है। बट फॉर ए परसन हु इज़ टी टॉल्ड, सो कि ये बाकी के लिए कि ये बाकी इसनों टॉलरेट नहीं कर सकणगे, बट जो सिर्फ ड्रंकार ने शराबी ने उन्होंने सिर्फ इन्हों की यूटिलिटी मिलूगी। बाकी होर इस टाइप के तुसीं एग्जाम्पल लै सकते हो। सैकेंड क्वेश्चन है यूटिलिटी इज़ रिलेटिव। कहते यूटिलिटी ऑफ कम्युनिटी नैवर रिमेन द सेम, इट वेरीज द टाइम एंड प्लेस। कहते यूटिलिटी की है कभी भी हर एक नूं सेम नहीं मिलती, ठीक है। टाइम टू टाइम है अलग अलग जगह पर अलग अलग लोगों को अलग टाइप के नाल यूटिलिटी प्रोवाइड हो रही है। जिमें गर्मियों के विच कूलर तो अपनी यूटिलिटी मिल रही है, ठीक है, बट विंटर सीजन के विच नहीं मिलूगी। थर्ड है जी अपने को यूटिलिटी इज़ नॉट एसेंशियली यूजफुल। जरूरी नहीं है भी जो यूटिलिटी है वो अपने लिए लाभदायक हो, यूजफुल हो। लाइक जिमें हुण तुहाडे कोल लिक्वर है या सिगरेट है, ये हर एक दे लिए यूजफुल तो नहीं, किसी लिए भी यूजफुल नहीं होगी, बट दीज थिंग्स सैटिस्फाइंग दी वांट ऑफ एडिक्ट दैन दे हैव यूटिलिटी फॉर हिम। सो सिर्फ जिहड़े इसके आदि ने सिर्फ उन्होंने तो ही इन्हों यूटिलिटी मिलूगी। फोर्थ आ गई यूटिलिटी इज़ इंडिपेंडेंट ऑफ मोलैरिटी। यूटिलिटी की है नैतिकता तो इंडिपेंडेंट है, भी जरूरी नहीं अपने समाज के अकॉर्डिंग ही हो, ठीक है। कहते यूटिलिटी हैज़ नथिंग टू डू विद मोलैरिटी। यूज़ ऑफ ओपियम और लिक्वर मे नॉट बी प्रॉपर फ्रॉम द मॉरल पॉइंट ऑफ व्यू। जिमें कहते शराब वगैरह है, नैतिकता तो ये बिल्कुल सही नहीं हैगा, बट फिर भी जोड़े लोग इसनों पींदे ने उन्होंने सैटिस्फैक्शन मिलती है, ठीक है। फिफ्थ है यूटिलिटी इज़ डिफरेंट फ्रॉम सैटिस्फैक्शन। जो यूटिलिटी है वो सैटिस्फैक्शन तो डिफरेंट है। कहते वन गेट्स सैटिस्फैक्शन आफ्टर वनस वांट इज़ फुलफिल्ड। यूटिलिटी देयर फॉर इज़ कॉज एंड सैटिस्फैक्शन इज़ इफेक्ट। कहते जो अपने को यूटिलिटी है वो सिर्फ एक कारण है, कॉज है, बट जो सैटिस्फैक्शन है वो अपने को एक इफेक्ट है। अगे नैक्सट आ गया जी अजप्शनस ऑफ यूटिलिटी। अजप्शन अपने को की ने फर्स्ट है रेशनल कंज्यूमर। जो कंज्यूमर है रेशनल है, मीनस समझदार है, ठीक है। रेशनल कंज्यूमर इज़ हू कीन गेट मैक्सिमम सैटिस्फैक्शन आउट ऑफ इज़ लिमिटेड इनकम। क्योंकि कंज्यूमर को पता है भी उन्होंने कितनी लिमिटेड इनकम तो मैक्सिमम सैटिस्फैक्शन है जो मिलूगी। सैकेंड है जी कार्डियन यूटिलिटी। कार्डियन यूटिलिटी का मतलब भी आप इसनों कार्डियन नंबर्स के विच माप रहे हैं 1 2 3 4 के विच। सो इट इज़ मेजर इन टर्म ऑफ मनी, ठीक है। आगे थर्ड आ गया इंडिपेंडेंट यूटिलिटी। यूटिलिटी है इंडिपेंडेंट है, कहते इट इज़ एज्यूम्ड दैट यूटिलिटी दैट ए कंज्यूमर गेट्स फ्रॉम अ कमोडिटी डिपेंड्स अपॉन द क्वांटिटी ऑफ दैट वेरी कमोडिटी। सो इट इज़ नॉट इफेक्टेड बाई यूटिलिटी ड्राइव्ड फ्रॉम अदर गुड्स। कहते जो यूटिलिटी किसी भी अपन गुड तो मिल रही है वो इंडिपेंडेंट है, हाँ नहीं है भी एक गुड का इफेक्ट दूसरी के उपर पऊगा भी तो यूटिलिटी मिल रही है, ठीक है। फोर्थ है जी मार्जिन यूटिलिटी ऑफ मनी इज़ कॉन्सटेंट। सो जो मार्जिन यूटिलिटी ऑफ मनी है वो अपने को की है कॉन्सटेंट है। कहते एज मच इट्स ओन मार्जिन यूटिलिटी शुड रिमेन कॉन्सटेंट सो एज टू सर्व एज आइडियल मेजर। फिफ्थ है डिविजिबिलिटी। गुड्स आर डिविजिबिलिटी मतलब आप इसनों डिवाइड कर सकते हैं, ठीक है। अलग अलग कम्युनिटी के आप किमें कंज्यूम कर रहे हैं भी आप इसनों एडजस्टमेंट है ये हो सकती है। सिक्स्थ है डेफिनिशनिंग मार्जिन यूटिलिटी। कहते एज ए परसन कंज्यूम इंक्रीजिंग यूनिट ऑफ कम्युनिटी, ठीक है। कहते एक परसन है जो जिन्नियां ज़्यादा मतलब यूनिट में कंज्यूम करूँगा, ठीक है, मार्जिन यूटिलिटी है वो की होगी घटती जाती है। सो द मार्जिन यूटिलिटी ऑफ सक्सैसिव यूनिट ऑफ दैट कम्युनिटी डिमिनिशस। सो उस कम्युनिटी को जो यूटिलिटी मिल रही है वो की होगी घटती जाऊगी। सेवंथ है टोटल यूटिलिटी डिपेंड्स ऑन क्वांटिटीज़ ऑफ इंडिविजुअल कम्युनिटी। टोटल यूटिलिटी है ऑफ ए बास्केट ऑफ गुड डिपेंड्स ऑन क्वांटिटी ऑफ इंडिविजुअल कम्युनिटी। सो इफ देर आर n कम्युनिटीज़ इन ए बंडल विद n2 n3 n तो n तक,
ठीक है, मतलब ये सारे आप ऐड कर सकते हैं ये। अगर यूटिलिटी की अपने को यू इज़ इक्वल टू फंक्शन ऑफ सारिया यूनिट आ गई है ये N1 N2 N3 N तक आ गई। ओके, अगे कॉन्सैप्ट शुरू हो गए जी इसके। कॉन्सैप्ट ऑफ यूटिलिटी की है थोड़े को इनिशियल यूटिलिटी है, टोटल यूटिलिटी एंड मार्जिन यूटिलिटी है। फर्स्ट आ गया जी इनिशियल यूटिलिटी। सो कहते यूटिलिटी ड्राइव्ड फ्रॉम फर्स्ट यूनिट ऑफ कम्युनिटी इज़ कॉल्ड इनिशियल यूनिट। जो कहते तुहानू फर्स्ट यूनिट तो जो भी यूटिलिटी मिल रही है वो तुहाडे कोल की है इनिशियल यूटिलिटी है। जिमें कहते यूटिलिटी ऑफ फर्स्ट पीस ऑफ ब्रैड इज़ कॉल्ड इनिशियल यूटिलिटी। अगर कहते तुहानू ब्रैड के फर्स्ट पीस तो जो भी यूटिलिटी मिली है अपने कोल की है इनिशियल यूटिलिटी है। सो इनिशियल यूटिलिटी इज़ यूटिलिटी obtained फ्रॉम कंजप्शन ऑफ फर्स्ट यूनिट ऑफ कम्युनिटी। सो इट इज़ ऑलवेज पॉजिटिव, भी हमेशा की हो सकती है पॉजिटिव हो सकती है। सैकेंड है टोटल, कहते एग्रीगेट ऑफ यूटिलिटीज़ obtained फ्रॉम कंजप्शन ऑफ डिफरेंट यूनिट्स ऑफ कम्युनिटीज़ कॉल्ड टोटल यूटिलिटी। सो कहते अगर आप हर एक यूटिलिटीज़ का टोटल कर देंगे जिन्ना भी आप डिफरेंट यूनिट्स को कंज्यूम किया उस टोटल में आप कह रहे हैं टोटल यूटिलिटी बोल रहे हैं। सो इट इज़ फंक्शन ऑफ क्वांटिटी ऑफ कम्युनिटी कंज्यूम्ड। ठीक है, आप इन्हू किवें एक्सप्रैस करांगे TUX मतलब टोटल यूटिलिटी ऑफ X कम्युनिटी इज इक्वल टू फंक्शन ऑफ क्वांटिटी ऑफ X कम्युनिटी। ठीक है, आगे इसकी डेफिनेशन है टोटल यूटिलिटी रेफर्स टू एंटायर अमाउंट ऑफ सैटिस्फैक्शन obtained फ्रॉम कंज्यूमिंग वेरियस क्वांटिटीज़ ऑफ कम्युनिटी। डेफिनेशन तरह जो इतों तक ही है, उस तो बाद तो नाल दी नाल इन्होंने एग्जाम्पल गिवन है ये कहते टोटल यूटिलिटी अपन की रैफर कर दी है जो कहते एंटायर अमाउंट अपन सैटिस्फैक्शन की मिल रही है टोटल। ठीक है, भी आप जिन्नियां भी जो जिन्नी भी क्वांटिटीज़ आप कम्युनिटी की कंज्यूम की है वो सारी तो जो मिल रही है अपने को टोटल है। कहें सपोज कर लो जो 10 रसगुल्ला एट ए सिटिंग भी तुम बैठे बैठे 10 रसगुल्ले जो खा गए। सो एग्रीगेट ऑफ यूटिलिटीज़ obtained फ्रॉम कंजप्शन ऑफ 10 रसगुल्लाज विल कॉल टोटल। जो 10 रसगुल्ला तो थानू जो भी यूटिलिटी मिल रही है वो अपने को टोटल यूटिलिटी है। हुण थर्ड आ गया जी मार्जिनल। कहती कंसैप्ट ऑफ मार्जिनल यूटिलिटीज़ वाज पुट फॉरवर्ड बाय एमिनेंट इकनॉमिक्स जेबॉन्स। सो इट इज़ आल्सो कॉल्ड एडिशनल यूटिलिटी, मतलब आप इन्हू एडिशनल यूटिलिटी भी बोलते हैं। सो चेंज दैट टेक्स प्लेस इन टोटल यूटिलिटी बाय कंजप्शन ऑफ एन एडिशनल यूनिट ऑफ कम्युनिटीज़ कॉल्ड मार्जिनल यूटिलिटी। कहते अगर आप टोटल यूटिलिटी के पिछे एक एडिशनल यूनिट ऐड कर दिए होर जिस दे नाल अपने को टोटल यूटिलिटी के जो चेंज आऊगा वो अपने को की है मार्जिनल यूटिलिटी है। सपोज कर लो कहते बाय कंजप्शन ऑफ फर्स्ट पीस ऑफ ब्रैड, भी फर्स्ट पीस ब्रैड के फर्स्ट पीस तो थोड़ा 15 यूनिट्स ऑफ यूटिलिटी मिल रही है। एंड कंजप्शन ऑफ सैकेंड पीस तो कितनी यूटिलिटी मिल रही है 25। ठीक है, सो इट मीनस कंजप्शन ऑफ सैकेंड पीस ऑफ ब्रैड हैज़ एडिड किन्ने ऐड हो गए ये 10 ऐड हो गए। यदा मतलब 25 माइनस 15 किया तो 10 जो अपने को आ रहे हैं अपने को मार्जिनल यूटिलिटी है। आगे इसकी डेफिनेशन है मार्जिनल दी। मार्जिनल यूटिलिटी इज़ एडिशनल मेड टू टोटल यूटिलिटी बाय कंज्यूमिंग वन मोर यूनिट ऑफ कम्युनिटी। जो कहते टोटल यूटिलिटी के एक यूनिट अगर आप ऐड कर दें तो उसकी यूटिलिटी के जो चेंज आता है, ठीक है, एक यूनिट ऐड करने के नाल उन्होंने आप कह रहे हैं मार्जिनल। सो मार्जिनल यूटिलिटी का फॉर्मूला की है MU इज़ इक्वल TU N माइनस TU N माइनस 1। ठीक है, या फिर आप इन्हू होर लिख सकते हैं MU इज़ इक्वल टू चेंज ऑफ टोटल यूटिलिटी अपॉन चेंज ऑफ क्वांटिटी, या आप इन्हू डेल्टा TU अपॉन डेल्टा Q भी बोल सकते हैं। बट जो तुहाडे कोल मार्जिनल यूटिलिटी है ये हमेशा पॉजिटिव 0 या नैगेटिव हो सकती है। 3 पॉइंट ने हुण फस्ट आ गया पॉजिटिव मार्जिनल यूटिलिटी। कहते इफ बाय कंज्यूमिंग एडिशनल यूनिट ऑफ कम्युनिटी टोटल यूटिलिटी गोज ऑन इनक्रीजिंग। अगर कहते आप एक होर यूनिट ये ऐड कर दें तो टोटल यूटिलिटी है वो वधी जाती है तो मार्जिनल यूटिलिटी है वो अपने को होगी पॉजिटिव होगी। कहते सपोज कर लो यू टेक ए ब्रैड टू सैटिस्फाई यू हंगर, भी तुहानू भुख लगी है जिस करके तुम ब्रैड लै रहे हो। सो फस्ट पीस ऑफ ब्रैड तो तुहानू 8 यूनिट मिल रही है, सैकेंड पीस तो 6 मिल रही है। ठीक है, 2 पीसिस ऑफ ब्रैड का टोटल कितना हो गया 8 + 6 14 हो गया। सो टेकिंग एडिशनल यूनिट ऑफ ब्रैड टोटल यूटिलिटी
ਗੋਜ਼ ਔਨ ਇਨਕਰੀਜ਼ਿੰਗ, ਇਹਦਾ ਮਤਲਬ ਟੋਟਲ ਯੂਟਿਲਿਟੀ ਆ ਉਹ ਵਧੀ ਜਾਂਦੀ ਹੈ। ਸੋ ਮਾਰਜਨ ਯੂਟਿਲਿਟੀ ਡਰਾਈਵਡ ਫਰੋਮ ਸੈਕਿੰਡ ਪੀਸ ਆਫ ਬ੍ਰੈਡ ਵਿਲ ਬੀ ਕਾਲਡ ਪੋਜ਼ਿਟਿਵ। ਮਤਲਬ ਜੋ ਸੈਕਿੰਡ ਪੀਸ ਆਫ ਬ੍ਰੈਡ ਦਾ ਆਪਾਂ ਨੂੰ ਮਾਰਜਨ ਯੂਟਿਲਿਟੀ ਮਿਲ ਰਹੀ ਹੈ ਉਹ ਕੀ ਆਪਣੇ ਕੋਲੇ ਪੋਜ਼ਿਟਿਵ ਹੈ। ਸੈਕਿੰਡ ਹੈ ਜ਼ੀਰੋ ਮਾਰਜਨ ਯੂਟਿਲਿਟੀ। ਕਹਿੰਦੇ ਇਫ ਦੀ ਕੰਜ਼ੰਪਸ਼ਨ ਆਫ ਐਡੀਸ਼ਨਲ ਯੂਨਿਟ ਆਫ ਕਮੋਡਿਟੀ ਕਾਜ਼ਿਜ਼ ਨੋ ਚੇਂਜ ਇਨ ਟੋਟਲ ਯੂਟਿਲਿਟੀ, ਮਤਲਬ ਟੋਟਲ ਯੂਟਿਲਿਟੀ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਠੀਕ ਹੈ, ਇਕੁਅਲ ਹੋ ਰਹੀ ਹੈ। ਇਹਦਾ ਮਤਲਬ ਕੀ ਹੋਊਗੀ ਆਪਣੇ ਕੋਲ ਮਾਰਜਨ ਯੂਟਿਲਿਟੀ ਹੈ ਉਹ ਜ਼ੀਰੋ ਹੋਊਗੀ। ਕਹਿੰਦੇ ਐਟ ਦੀ ਲੈਵਲ ਆਫ ਕੰਜ਼ੰਪਸ਼ਨ ਟੋਟਲ ਯੂਟਿਲਿਟੀ ਵਿਲ ਬੀ ਮੈਕਸਿਮਮ। ਕਹਿੰਦੇ ਕੰਜ਼ੰਪਸ਼ਨ ਦੇ ਲੈਵਲ ਦੇ ਉੱਪਰ ਜਿੱਥੇ ਆਪਣੇ ਕੋਲ ਟੋਟਲ ਯੂਟਿਲਿਟੀ ਮੈਕਸਿਮਮ ਹੋ ਜਾਂਦੀ ਹੈ ਉਸ ਟਾਈਮ ਕੀ ਹੈ, ਕਹਿੰਦੇ ਸੋ ਫਾਰ ਐਜ਼ ਦੀ ਸੈਟਿਸਫੈਕਸ਼ਨ ਆਫ ਦੀ ਕੰਜ਼ਿਊਮਰ ਇਜ਼ ਕੰਸਰਨਡ ਇਟ ਵਿਲ ਬੀ ਸੈਚੂਰੇਸ਼ਨ ਪੁਆਇੰਟ। ਇਹ ਪੁਆਇੰਟ ਨੂੰ ਆਪਾਂ ਕੀ ਬੋਲੇ ਆ, ਸੈਚੂਰੇਸ਼ਨ ਪੁਆਇੰਟ, ਪੂਰਨ ਸੰਤੁਸ਼ਟੀ ਦਾ ਪੁਆਇੰਟ ਕਹਿ ਸਕਦੇ ਹਾਂ। ਸੋ ਕਹਿੰਦੇ ਸਪੋਜ਼ 4 ਪੀਸ ਆਫ ਬ੍ਰੈਡ ਟੋਟਲ ਯੂਟਿਲਿਟੀ ਇਜ਼ 20। ਮਤਲਬ ਅਗਰ ਕਹਿੰਦੇ ਤੁਸੀਂ 4 ਪੀਸ ਆਫ ਬ੍ਰੈਡ ਕੰਜ਼ਿਊਮ ਕਰ ਲਏ ਜਿਹਦੇ ਤੁਹਾਨੂੰ 20 ਯੂਨਿਟ ਮਿਲ ਰਹੀ ਹੈ ਯੂਟਿਲਿਟੀ, ਠੀਕ ਹੈ। ਕੰਜ਼ੰਪਸ਼ਨ ਆਫ ਫਿਫਥ ਪੀਸ ਤੋਂ ਵੀ ਤੁਹਾਨੂੰ 20 ਯੂਨਿਟ ਹੀ ਮਿਲ ਰਹੀ ਹੈ। ਸੋ ਇਟ ਇਜ਼ ਓਬਵੀਅਸ ਦੈਟ ਮਾਰਜਨ ਯੂਟਿਲਿਟੀ ਆਫ ਫਿਫਥ ਪੀਸ ਆਫ ਬ੍ਰੈਡ ਇਜ਼ ਜ਼ੀਰੋ। ਇਹਦਾ ਮਤਲਬ ਫਿਫਥ ਯੂਨਿਟ ਤੋਂ ਜੋ ਆਪਾਂ ਨੂੰ ਮਾਰਜਨ ਯੂਟਿਲਿਟੀ ਕੱਢਾਂਗੇ ਉਹ ਆਪਣੇ ਕੋਲ ਕੀ ਮਿਲੂਗੀ, ਜ਼ੀਰੋ ਹੋਊਗੀ, ਕਿਉਂਕਿ 20 ਮਾਈਨਸ 20 ਕਰਾਂਗੇ ਤਾਂ ਆਪਣੇ ਕੋਲੇ ਸਿੰਪਲ ਹੈ ਵੀ ਆਪਣੇ ਕੋਲੇ ਜ਼ੀਰੋ ਹੀ ਆਊਗਾ। ਥਰਡ ਆ ਗਿਆ ਨੈਗੇਟਿਵ ਮਾਰਜਨ ਯੂਟਿਲਿਟੀ। ਕਹਿੰਦੇ ਇਫ ਕੰਜ਼ੰਪਸ਼ਨ ਆਫ ਐਡੀਸ਼ਨਲ ਯੂਨਿਟ ਆਫ ਕਮੋਡਿਟੀ ਕਾਜ਼ਿਜ਼ ਫਾਲ ਇਨ ਟੋਟਲ ਯੂਟਿਲਿਟੀ। ਅਗਰ ਕਹਿੰਦੇ ਆਪਣੇ ਕੋਲੇ ਇੱਕ ਆਪਾਂ ਹੋਰ ਯੂਨਿਟ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਤਾਂ ਅੱਗੇ ਆਪਣੇ ਕੋਲ ਟੋਟਲ ਯੂਟਿਲਿਟੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਇਟ ਮੀਨਸ ਮਾਰਜਨ ਯੂਟਿਲਿਟੀ ਆਫ ਦੈਟ ਯੂਨਿਟ ਇਜ਼ ਨੈਗੇਟਿਵ। ਇਹਦਾ ਮਤਲਬ ਕੀ ਹੈ, ਮਾਰਜਨ ਯੂਟਿਲਿਟੀ ਆਪਣੇ ਕੋਲ ਕੀ ਹੋ ਜਾਊਗੀ, ਨੈਗੇਟਿਵ ਹੋ ਜਾਏਗੀ। ਸੋ ਆਫਟਰ ਰੀਚਿੰਗ ਦੀ ਸੈਚੂਰੇਸ਼ਨ ਪੁਆਇੰਟ ਇਫ ਦੀ ਅਬਵ ਕੰਜ਼ਿਊਮਰ ਇਜ਼ ਕੰਪੈਲਡ, ਮਤਲਬ ਅਗਰ ਆਪਾਂ ਕਹਿੰਦੇ ਉੱਪਰ ਵਾਲੀ ਐਗਜ਼ਾਮਪਲ ਹੀ ਲੈ ਰਹੇ ਹਾਂ, ਅਗਰ ਕਹਿੰਦੇ ਆਪਾਂ ਸੈਚੂਰੇਸ਼ਨ ਪੁਆਇੰਟ 'ਤੇ ਤਾਂ ਪਹੁੰਚ ਗਏ ਪਰ ਫਿਰ ਵੀ ਕੰਜ਼ਿਊਮਰ ਨੂੰ ਕੰਪੈਲ ਕੀਤਾ ਜਾਂਦਾ 6th ਪੀਸ ਆਫ ਬ੍ਰੈਡ ਲੈਣ ਦੇ ਲਈ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ, ਕਹਿੰਦੇ ਇਟ ਮੇ ਅਪਸੈਟ ਦੀ ਡਾਈਜੈਸਟਿਵ ਸਿਸਟਮ। ਜੋ ਕਹਿੰਦੇ ਉਹਨਾਂ ਦਾ ਡਾਈਜੈਸਟਿਵ ਸਿਸਟਮ ਹੈ ਉਹ ਕੀ ਹੋ ਜਾਏਗਾ, ਅਪਸੈਟ ਹੋ ਜਾਏਗਾ। ਸੋ ਕੌਨਸੀਕੁਐਂਟਲੀ ਦੀ ਟੋਟਲ ਯੂਟਿਲਿਟੀ ਆਫ 6th ਪੀਸ ਆਫ ਬ੍ਰੈਡ ਮੇ ਕਮ ਡਾਊਨ ਟੂ 18 ਯੂਨਿਟ। ਸੋ ਕਹਿੰਦੇ ਅਗਰ 6th ਬ੍ਰੈਡ ਲੈ ਵੀ ਲੈਂਦੇ ਹਾਂ ਤਾਂ ਉਦੋਂ ਆਪਣੀ ਜਿਹੜੀ ਮਾਰਜਨ ਯੂਟਿਲਿਟੀ ਆ ਉਹ ਕਿੰਨੀ ਰਹਿ ਜੂਗੀ, ਸਿਰਫ 18 ਯੂਨਿਟ ਰਹਿ ਜੂਗੀ। ਸੋ 18 ਮਾਈਨਸ 20 ਆਪਣੇ ਕੋਲ ਕਿੰਨਾ ਆ ਜੂਗਾ, -2। ਇਹਦਾ ਮਤਲਬ ਨੈਗੇਟਿਵ ਹੋ ਗਈ ਮਾਰਜਨ ਯੂਟਿਲਿਟੀ। ਅੱਗੇ ਰਿਲੇਸ਼ਨ ਹੈ ਟੋਟਲ ਤੇ ਮਾਰਜਨ ਯੂਟਿਲਿਟੀ ਦਾ। ਸੋ ਟੋਟਲ ਯੂਟਿਲਿਟੀ ਆਪਾਂ ਕਿਵੇਂ ਕੱਢ ਸਕਦੇ ਹਾਂ ਜੀ, ਇਜ਼ ਇਕੁਅਲ ਟੂ ਸਮੇਸ਼ਨ ਆਫ ਮਾਰਜਨ ਯੂਟਿਲਿਟੀ। ਸੋ ਟੋਟਲ ਯੂਟਿਲਿਟੀ ਇਜ਼ ਇਕੁਅਲ ਟੂ margin utility of first unit plus second unit plus third plus fourth plus fifth, ठीक है। 8 + 6 + 4 + 2 + 0 इज इक्वल टू 20। राजी जो आप ऊपर टेबल डिस्कस कर रहे थे देखो आ रहा, सब तो पहला क्वांटिटी है 0 1 2 3 4 5 6। टोटल यूटिलिटी है पहला 0 है, फिर 8 हो जाती है, 14 18 20 20 एंड 18। मार्जिनल कट सकते तुसी, पहला अपने को 0 आ गया, उस तो बाद 8 - 0 8, 14 - 8 6 आ गया, 18 - 14 4, 20 - 18 2, 20 - 20 0, 18 - 20 आ गया 2। सो आप कह सकते हैं, देखो 0 तो उपर जो अपने को पहले 4 यूनिट ने उत्थे अपने को टोटल यूटिलिटी वध रही है, इनक्रीज़ हो रही है, जिहदे ने अपने मार्जिन यूटिलिटी अपने को पॉजिटिव है, ठीक है। 5th यूनिट से आ गया अपने को टोटल यूटिलिटी मैक्सिमम हो जाती है बट मार्जिन यूटिलिटी है अपने को 0 हो जाती है। 6th पॉइंट पर आ गया अपने को हो जाता है, जो अपने को टोटल यूटिलिटी है वो घटनी शुरू हो जाती, डिक्रीजिंग हो जाती है। मार्जिन यूटिलिटी है वो अपने को नैगेटिव हो जाती है, ठीक है। ये चीज़ रजे आप पहला पॉइंट्स के नाल भी दस सकते, जिवें मैं तुहानूं सारा दस्सिया है, तुहानूं ये सारा पॉइंट्स के विच भी यही दस्सिया है सेम। उस तो बाद डायग्राम आ जाते, पहला टोटल यूटिलिटी दी बना लो। ओ एक्स के उपर आप क्वांटिटी लै रहे हैं, ओ वाई के उपर यूटिलिटी है। फस्ट यूनिट तो अपने को 8 है, 2 के उपर 14 है, 3 के उपर 18 है, 4 के उपर 20 है, 5th के उपर फिर 20 है और 6th के उपर 18 है। ये सारे पॉइंट्स में मिला दोगे तो बेटे अपने को टोटल यूटिलिटी करव बन जाती, ठीक है। एफ जी पॉइंट देखो भी अपने को टोटल यूटिलिटी करव है मैक्सीमम है, ठीक है। इसी तरह हम मार्जिन यूटिलिटी करव बना सकते हैं। ओ एक्स के उपर अपने को क्वांटिटी आ गई, ओ वाई तो यूटिलिटी है, ठीक है। जी क्वांटिटी है मतलब जी यूनिट्स ने 1 2 3 4 5 6 ने, यूटिलिटी है 0
2 4 6 8 और -2 भी लवांगे नीचे क्योंकि माइनस ਦੇ ਵਿੱਚ ਵੀ ਹੈ। सो फस्ट ਦੇ ਉੱਪਰ ਆਪਣੇ ਕੋਲ 8 ਹੈ ਜੀ, 2 ਯੂਨਿਟ ਦੇ ਉੱਪਰ 6 ਹੈ, 3 ਦੇ ਉੱਪਰ 4 ਹੈ, 4 ਦੇ ਉੱਪਰ 2 ਹੈ, 5th ਦੇ ਉੱਪਰ 0 ਹੈ, 6 ਦੇ ਉੱਪਰ -2 ਹੈ। ਹੁਣ ਇਹ ਸਾਰੇ ਪੁਆਇੰਟਸ ਨੂੰ ਮਿਲਾ ਦੋਗੇ ਤੁਹਾਡੇ ਕੋਲ ਮਾਰਜਨ ਯੂਟਿਲਿਟੀ ਕਰਵ ਬਣ ਜੂਗੀ। ਜੋ 5th ਪੁਆਇੰਟ ਹੈ ਦੇਖੋ ਟੋਟਲ ਯੂਟਿਲਿਟੀ ਕਰਵ ਦੇ ਨਾਲ ਅਟੈਚ ਕੀਤਾ ਹੋਇਆ ਹੈ, ਜਿੱਥੇ ਇਹ ਮੈਕਸਿਮਮ ਹੈ ਟੋਟਲ ਯੂਟਿਲਿਟੀ। ਠੀਕ ਹੈ, ਜਿਹੜਾ 0 ਵਾਲਾ ਪੁਆਇੰਟ ਹੈ 5th ਯੂਨਿਟ ਦੇ ਉੱਪਰ, ਇਹ ਆਪਣੇ ਕੋਲ ਪੁਆਇੰਟ ਆਫ ਸੈਚੁਰੇਸ਼ਨ ਹੈ, ਮਤਲਬ ਪੂਰਨ ਸੰਤੁਸ਼ਟੀ ਦਾ ਪੁਆਇੰਟ ਹੈ। ਇਸ ਤੋਂ ਬਾਅਦ ਆਪਣੇ ਕੋਲ ਜੋ ਮਾਰਜਨ ਯੂਟਿਲਿਟੀ ਹੈ ਉਹ ਨੈਗੇਟਿਵ ਹੋ ਜਾਂਦੀ ਹੈ। ਓਕੇ, ਅੱਗੇ ਤੁਹਾਡੇ ਕੋਲ ਇਸ ਦੇ ਸਿਗਨੀਫਿਕੈਂਸ ਆ ਗਏ, ਇਸ ਦੇ ਡਿਫਰੈਂਸ ਦੇ। ਪਹਿਲਾ ਹੈਗਾ ਪੈਰਾਡੌਕਸ ਆਫ ਵੈਲਿਊ। ਕਹਿੰਦੇ ਮੈਨੀ ਇਕਨੋਮਿਕਸ ਐਜ਼ਿਊਮ ਦੈਟ ਪ੍ਰਾਈਸ ਆਫ ਕਮੋਡਿਟੀ ਵਾਜ਼ ਇਕੁਅਲ ਟੂ ਟੋਟਲ ਯੂਟਿਲਿਟੀ। ਕਹਿੰਦੇ ਕਾਫੀ ਇਕਨੋਮਿਕਸ ਇਹ ਸੋਚਦੇ ਨੇ ਵੀ ਜੋ ਆਪਣੇ ਕੋਲ ਕਮੋਡਿਟੀ ਦੀ ਪ੍ਰਾਈਸ ਹੈ ਉਹ ਟੋਟਲ ਯੂਟਿਲਿਟੀ ਦੇ ਇਕੁਅਲ ਹੋਊਗੀ। ਸੋ ਗੁਡਸ ਵਿੱਚ ਗਿਵ ਮੋਰ ਯੂਟਿਲਿਟੀ। ਅਗਰ ਕਹਿੰਦੇ ਕੋਈ ਗੁੱਡ ਹੈ, ਅਗਰ ਆਪਾਂ ਜਿਸ ਦੀ ਟੋਟਲ ਯੂਟਿਲਿਟੀ ਜ਼ਿਆਦਾ ਹੁੰਦੀ ਹੈ ਤਾਂ ਇਹਦਾ ਮਤਲਬ ਉਸ ਦੀ ਵੈਲਿਊ ਵੀ ਜ਼ਿਆਦਾ ਹੁੰਦੀ ਹੈ। ਐਂਡ ਗੁਡਸ ਵਿੱਚ ਗਿਵ ਲੈਸ ਯੂਟਿਲਿਟੀ ਐਂਡ ਲੈਸ ਵੈਲਿਊ, ਜਿਹਦੀ ਯੂਟਿਲਿਟੀ ਘੱਟ ਹੁੰਦੀ ਹੈ ਉਹਦੀ ਵੈਲਿਊ ਵੀ ਲੈਸ ਹੁੰਦੀ ਹੈ। ਬਟ ਇਜ਼ ਨਾਟ ਸੋ ਰੀਅਲ ਲਾਈਫ। ਅਸਲੀ ਲਾਈਫ ਦੇ ਵਿੱਚ ਤੁਹਾਡੇ ਕੋਲ ਇਹ ਕੁਝ ਵੀ ਨਹੀਂ ਹੁੰਦਾ ਇਸ ਟਾਈਪ ਦਾ। ਕਹਿੰਦੇ ਵਨ ਓਬਟੇਨ ਮੋਰ ਟੋਟਲ ਯੂਟਿਲਿਟੀ ਫਰੋਮ ਵਾਟਰ। ਦੇਖੋ ਵਾਟਰ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਯੂਟਿਲਿਟੀ ਮਿਲ ਰਹੀ ਹੈ ਫਰੋਮ ਦੈਨ ਡਾਇਮੰਡ। ਡਾਇਮੰਡ ਦੇ ਨਾਲੋਂ ਵਾਟਰ ਤੋਂ ਜ਼ਿਆਦਾ ਯੂਟਿਲਿਟੀ ਮਿਲਦੀ ਹੈ। ਸੋ ਗੈਟ ਪ੍ਰਾਈਸ ਆਫ ਵਾਟਰ ਇਜ਼ ਫਾਰ ਲੈਸ। ਜਦਕਿ ਕਹਿੰਦੇ ਪ੍ਰਾਈਸ ਹੈ ਜੋ ਵਾਟਰ ਦੀ ਉਹ ਬਹੁਤ ਜ਼ਿਆਦਾ ਘੱਟ ਹੈ ਡਾਇਮੰਡ ਦੇ ਨਾਲੋਂ। ਸੋ ਦਿਸ ਸਿਚੁਏਸ਼ਨ ਇਜ਼ ਕਾਲਡ ਪੈਰਾਡੌਕਸ ਆਫ ਵੈਲਿਊ। ਇਸ ਨੂੰ ਆਪਾਂ ਕੀ ਬੋਲਦੇ ਹਾਂ? ਪੈਰਾਡੌਕਸ ਆਫ ਵੈਲਿਊ ਬੋਲਦੇ ਹਾਂ। ਸੈਕਿੰਡ ਜੋ ਆਪਣੇ ਕੋਲ ਆ ਜਾਂਦਾ ਹੈ ਕੰਜ਼ਿਊਮਰ ਸਰਪਲਸ। ਕਹਿੰਦੇ ਸਮਟਾਈਮਸ ਏ ਕੰਜ਼ਿਊਮਰ ਇਜ਼ ਰੈਡੀ ਐਂਡ ਵਿਲਿੰਗ ਟੂ ਪੇ ਕਮੋਡਿਟੀ ਮਚ ਮੋਰ ਪ੍ਰਾਈਸ ਦੈਨ ਇਟਸ ਐਕਚੁਅਲ ਪ੍ਰਾਈਸ। ਕਹਿੰਦੇ ਕਈ ਵਾਰ ਕੀ ਹੁੰਦਾ ਹੈ, ਕੰਜ਼ਿਊਮਰ ਜਿੰਨੀ ਐਕਚੁਅਲ ਦੇ ਵਿੱਚ ਪ੍ਰਾਈਸ ਹੁੰਦੀ ਹੈ ਕਮੋਡਿਟੀ ਦੀ ਉਸ ਤੋਂ ਬਹੁਤ ਜ਼ਿਆਦਾ ਦੇਣ ਨੂੰ ਤਿਆਰ ਹੋ ਜਾਂਦਾ। ਸੋ ਕਹਿੰਦੇ ਦ ਡਿਫਰੈਂਸ ਬਿਟਵੀਨ ਟੂ ਪ੍ਰਾਈਸ ਇਜ਼ ਕਾਲਡ ਕੰਜ਼ਿਊਮਰ ਸਰਪਲਸ। ਇਹਨਾਂ ਦੋਨਾਂ ਦੀ ਪ੍ਰਾਈਸ ਦੀ ਡਿਫਰੈਂਸ ਨੂੰ ਆਪਾਂ ਕੰਜ਼ਿਊਮਰ ਸਰਪਲਸ ਕਹਿੰਦੇ ਹਾਂ। ਮਤਲਬ ਜੋ ਆਪਾਂ ਜਿੰਨੀ ਜ਼ਿਆਦਾ ਪ੍ਰਾਈਸ ਦੇਣ ਨੂੰ ਤਿਆਰ ਹਾਂ ਅਤੇ ਐਕਚੁਅਲ ਦੇ ਵਿੱਚ ਜਿਹੜੀ ਪ੍ਰਾਈਸ ਹੈ ਉਹ ਵਾਲੇ ਡਿਫਰੈਂਸ ਦੀ ਗੱਲ ਕਰ ਰਹੇ ਨੇ ਇਹ। ਸੋ ਕਹਿੰਦੇ ਕੰਜ਼ਿਊਮਰ ਇਜ਼ ਪ੍ਰੀਪੇਅਰ ਟੂ ਪੇ ਦੀ ਪ੍ਰਾਈਸ ਇਕੁਇਵਲੈਂਟ ਆਫ ਟੂ ਦੀ ਟੋਟਲ ਯੂਟਿਲਿਟੀ that obtained from all units of commodity, but actually he pay the price equivalent to the margin unit of commodity। ਕਹਿੰਦੇ ਅਸਲ ਦੇ ਵਿੱਚ ਜਿੰਨਾ ਵੀ ਕੰਜ਼ਿਊਮਰ ਮਤਲਬ ਉਸ ਕਮੋਡਿਟੀ ਦੇ ਲਈ ਤਿਆਰ ਹੁੰਦਾ ਦੇਣ ਦੇ ਲਈ, ਉਹ ਕੀ ਹੈ ਕਹਿੰਦੇ ਜਿੰਨੀ ਉਸ ਨੂੰ ਉਸ ਤੋਂ ਟੋਟਲ ਯੂਟਿਲਿਟੀ ਮਿਲਣੀ ਹੁੰਦੀ ਹੈ ਸਾਰੇ ਯੂਨਿਟ ਤੋਂ, ਐਕਚੁਅਲ ਦੇ ਵਿੱਚ ਕਹਿੰਦੇ ਉਨਾ ਪੇ ਕਰਨ ਨੂੰ ਤਿਆਰ ਹੁੰਦਾ ਹੈ। ਬਟ ਐਕਚੁਅਲ ਦੇ ਵਿੱਚ ਜੋ ਉਸਦੀ ਪ੍ਰਾਈਸ ਹੈ ਉਹ ਕਾਫੀ ਜ਼ਿਆਦਾ ਘੱਟ ਹੁੰਦੀ ਹੈ। So marginal unit refers to the last unit that consumer is prepared to buy। ਸੋ ਕੀ ਹੈ ਕਹਿੰਦੇ ਮਾਰਜਨ ਯੂਨਿਟ ਆਪਾਂ ਨੂੰ ਕੀ ਰੈਫਰ ਕਰਦੀ ਹੈ? ਲਾਸਟ ਯੂਨਿਟ ਪ੍ਰੈਫਰ ਕਰਦੀ ਜਿਹੜੀ ਕੰਜ਼ਿਊਮਰ ਬਾਏ ਕਰਨ ਦੇ ਲਈ ਤਿਆਰ ਹੈ। ਸੋ ਐਟ ਦੀ ਲਾਸਟ ਪ੍ਰੀਸੀਡਿੰਗ ਦੀ ਮਾਰਜਨ ਯੂਨਿਟ ਵੁੱਡ ਗਿਵ ਦੀ ਕੰਜ਼ਿਊਮਰ ਮੋਰ ਮਾਰਜਨ ਯੂਟਿਲਿਟੀ ਦੈਨ ਮਾਰਜਨਲ ਯੂਨਿਟ। ਇਹਦਾ ਮਤਲਬ ਕੀ ਹੈ ਵੀ ਜੋ ਆਪਣੀ ਮਾਰਜਨਲ ਯੂਟਿਲਿਟੀ ਹੈ ਉਹ ਮਾਰਜਨਲ ਯੂਨਿਟ ਤੋਂ ਕੁਝ ਜ਼ਿਆਦਾ ਹੋਊਗੀ। ਸੋ ਐਗਰੀਗੇਟ ਦੀ ਮਾਰਜਨ ਯੂਟਿਲਿਟੀ ਆਫ ਦਿਸ ਯੂਨਿਟ ਇਜ਼ ਕਾਲਡ ਟੋਟਲ ਯੂਟਿਲਿਟੀ। ਅਗਰ ਕਹਿੰਦੇ ਆਪਾਂ ਮਾਰਜਨ ਯੂਟਿਲਿਟੀਜ਼ ਦਾ ਟੋਟਲ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਂਦਾ, ਇਸ ਦਾ ਟੋਟਲ ਯੂਟਿਲਿਟੀ ਨਿਕਲਿਆ ਹੋਊਗੀ। ਬਟ ਦੀ ਪ੍ਰਾਈਸ ਬੀਇੰਗ ਇਕੁਅਲ ਟੂ ਦੀ ਮਾਰਜਨ ਯੂਟਿਲਿਟੀ, ਬਟ ਪ੍ਰਾਈਸ ਕਿਸ ਦੇ ਇਕੁਅਲ ਹੋਊਗੀ? ਮਾਰਜਨ ਯੂਟਿਲਿਟੀ ਦੇ। ਸੋ ਦੀ ਅਮਾਊਂਟ ਆਫ ਮਨੀ ਐਕਚੁਅਲੀ ਪੇਡ ਬਾਈ ਦੀ ਕੰਜ਼ਿਊਮਰ ਵਿਲ ਇਕੁਇਵਲੈਂਟ ਟੂ ਦੀ ਮਾਰਜਨ ਯੂਟਿਲਿਟੀ ਔਰ ਪ੍ਰਾਈਸ ਮਲਟੀਪਲਾਈਡ ਬਾਈ ਦੀ ਨੰਬਰ ਆਫ ਯੂਨਿਟਸ। ਸੋ ਕਹਿੰਦੇ ਐਕਚੁਅਲ ਦੇ ਵਿੱਚ ਜੋ ਵੀ ਆਪਾਂ ਨੂੰ ਮਤਲਬ ਆਪਾਂ ਪੇ ਕਰਦੇ ਹਾਂ, ਕੰਜ਼ਿਊਮਰ ਪੇ ਕਰ ਰਿਹਾ, ਉਹ ਕੀ ਹੈ? ਮਾਰਜਨ ਯੂਟਿਲਿਟੀ ਹੈ ਜਾਂ ਪ੍ਰਾਈਸ ਹੈ, ਉਹਨੂੰ ਮਲਟੀਪਲਾਈ ਆਪਾਂ ਕਾਹਦੇ ਨਾਲ ਕਰਾਂਗੇ? ਨੰਬਰ ਆਫ ਯੂਨਿਟਸ ਦੇ ਨਾਲ। ਠੀਕ ਹੈ। ਸੋ ਕਹਿੰਦੇ ਦੇਅਰ ਵਿਲ ਬੀ ਡਿਫਰੈਂਸ ਬਿਟਵੀਨ ਟੋਟਲ ਅਮਾਊਂਟ ਆਫ ਮਨੀ paid on the basis of total utility of given number of units of commodity and money actually paid on the basis of margin utility of the same number of unit of said commodity। ਸੋ ਕਹਿੰਦੇ ਇਹਦਾ ਮਤਲਬ ਕੀ ਹੈ ਵੀ ਜੋ ਆਪਾਂ ਟੋਟਲ ਅਮਾਊਂਟ ਮਨੀ ਦੀ ਪੇ ਕਰ ਰਹੇ ਹਾਂ, ਠੀਕ ਹੈ, ਇਹ ਕਿਸ ਦੇ ਬੇਸਿਸ 'ਤੇ ਹੋਊਗਾ? ਟੋਟਲ ਯੂਟਿਲਿਟੀ ਜਿਸ ਦੀ ਕਹਿੰਦੇ ਉਹ ਆਪਾਂ ਕਮੋਡਿਟੀ ਦੀ ਜਿੰਨੀ ਵੀ ਟੋਟਲ ਯੂਟਿਲਿਟੀ ਆਪਾਂ ਨੂੰ ਮਿਲੂਗੀ, ਠੀਕ ਹੈ। ਐਕਚੁਅਲ ਦੇ ਵਿੱਚ ਕਹਿੰਦੇ ਸਾਰਾ ਕੁਝ ਬੇਸਿਸ ਕਾਹਤੇ ਹੈ? ਮਾਰਜਨ ਯੂਟਿਲਿਟੀ ਦੇ ਉੱਪਰ, ਕਮੋਡਿਟੀ ਦੀ ਮਾਰਜਨ ਯੂਟਿਲਿਟੀ ਦੇ ਉੱਪਰ। ਸੋ ਦਿਸ ਡਿਫਰੈਂਸ ਇਜ਼ ਕਾਲਡ ਕੰਜ਼ਿਊਮਰ ਸਰਪਲਸ। ਇਸ ਨੂੰ ਆਪਾਂ ਕੀ ਬੋਲਦੇ ਹਾਂ? ਕੰਜ਼ਿਊਮਰ ਸਰਪਲਸ ਬੋਲਦੇ ਹਾਂ। ਠੀਕ ਹੈ ਜੀ।
ओके बेटा, इन्ना ही रीड कर लियो, अज दे लिए काफ़ी है। ओके बेटा, थैंक यू जी।